अस्सलाम वालेकुम। ਅੱਜ ਤੁਹਾਨੂੰ ਕਹਾਣੀ ਸੁਣਾਉਣਾ ਇੱਕ ਬੜੇ ਪੁਰਾਣੇ ਵਕਤਾਂ ਦੀ ਹੈ ਤੇ ਫਰਜ਼ੀ ਕਹਾਣੀ ਲੇਕਿਨ ਹੈ ਬੜੀ ਮਜ਼ੇਦਾਰ, ਥੋੜੀ ਲੰਬੀ ਹੈ। ਹੋ ਸਕਦਾ ਮੈਨੂੰ ਇਹਦੇ 4-5 ਪਾਰਟ ਕਰਨੇ ਪੈਣ। ਤੇ ਸ਼ੁਰੂ ਕਰਨੇ ਆਪਣੀ ਕਹਾਣੀ। ਇੱਕ ਇਲਾਕਾ ਸੀ, ਸਲਤਨਤ ਸੀ ਇੱਕ, ਤੇ ਉਹ ਜਿਸ ਇਲਾਕੇ ਵਿੱਚ ਉਹ ਹੈ ਸੀ ਬਾਦਸ਼ਾਹ, ਉਹ ਇਲਾਕਾ ਬੜਾ ਖੂਬਸੂਰਤ ਸੀ। ਜਿਸ ਤਰ੍ਹਾਂ ਸਾਡਾ ਹੁਣ ਪਾਕਿਸਤਾਨ 'ਚ ਕਸ਼ਮੀਰ ਕਹਿ ਲਓ ਜਾਂ ਗਲਗਿਤ ਬਲਸਤਾਨ ਕਹਿ ਲਓ, ਇਸ ਤਰ੍ਹਾਂ ਦਾ ਇਲਾਕਾ ਬੜਾ ਖੂਬਸੂਰਤ, ਠੰਡਾ, ਝੀਲਾਂ। ਲੋਕ ਦੂਸਰਿਆਂ ਮੁਲਕਾਂ ਤੋਂ ਨਾ ਉੱਥੇ ਮੌਸਮ ਜਦੋਂ ਬਹਾਰ ਆਉਂਦੀ ਸੀ ਨਾ, ਤੇ ਲੋਕ ਉੱਥੇ ਆਉਂਦੇ ਸਨ। ਉੱਥੇ ਲੋਕਾਂ ਆ ਕੇ ਕਿਸੇ ਹਫ਼ਤਾ ਰਹਿਣਾ, ਕਿਸੇ ਮਹੀਨਾ ਰਹਿਣਾ, ਕਿਸੇ 2 ਮਹੀਨੇ ਰਹਿਣੇ। ਉਹ ਜਨਾਬ ਉੱਥੇ ਸੈਰਗਾਹ ਸੀ ਉਸ ਖਿੱਤੇ ਦੀ, ਕਹਿ ਲਓ ਤੁਸੀਂ। ਉਹ ਇੱਕ ਦਫਾ ਹੁੰਦਾ ਰਿਹਾ ਉੱਥੇ। ਹੁਣ ਤਾਂ ਹਵਾਈ ਜਹਾਜ਼ ਹੈ ਨੇ, ਉਦੋਂ ਸ਼ਿਪ ਹੁੰਦੇ ਸਨ। ਸ਼ਿਪ ਵੀ ਛੋਟੇ ਨਹੀਂ ਹਨ, ਕਸ਼ਤੀਆਂ, ਬੋਟਾਂ ਹੁੰਦੀਆਂ ਹਨ, ਕਸ਼ਤੀਆਂ, ਯਾਨੀ ਕਿ ਦੂਸਰੇ ਮੁਲਕਾਂ ਦੇ ਜਾਣੇ ਵਾਸਤੇ ਜਿਨ੍ਹਾਂ ਨੂੰ ਸਮੁੰਦਰ ਲੱਗਦਾ ਸੀ ਜਾਂ ਦਰਿਆ ਹੁੰਦੇ ਸਨ। ਉਸ ਦਿਨ ਵੀ ਨਾ ਉਸ ਸਲਤਨਤ ਵਿੱਚ ਇੱਕ ਜਹਾਜ਼ ਆਇਆ, ਲੰਗਰ ਅੰਦੋਜ਼ ਹੋਇਆ। ਉਸ ਤੋਂ ਬੜੀ ਦੁਨੀਆ ਲੱਥੀ, ਸਾਰੇ ਦੁਨੀਆ ਲੈ ਰਹੀ ਸੀ। ਤੇ ਉਹਨਾਂ ਵਿੱਚ ਨਾ ਇੱਕ ਮੁੰਡਾ ਹੋਵੇ, ਤਕਰੀਬਨ ਜਵਾਨ ਹੀ ਸੀ, ਫੁੱਲ ਜਵਾਨ ਸੀ, ਲੇਕਿਨ ਹੈ ਉਹ ਦਰਵੇਸ਼। ਕੱਪੜੇ ਪਾਟੇ ਉਹਦੇ, ਵਾਲ ਵਿਖਰੇ ਹੋਏ, ਕੋਈ ਹਾਲ ਨਾ ਉਹਦਾ। ਉਹ ਵੀ ਜਨਾਬ ਜਹਾਜ਼ ਤੋਂ ਲੱਥਾ। ਜਹਾਜ਼ ਤੋਂ ਲੈ ਕੇ ਤੇ ਉਹ ਸ਼ਹਿਰ ਵਿੱਚ ਵੜ ਗਿਆ। ਸਾਰਾ ਦਿਨ ਤੇ ਉਹ ਸ਼ਹਿਰ ਫਿਰਦਾ ਰਿਹਾ, ਕਦੀ ਇੱਧਰ ਕਦੀ ਉੱਧਰ। ਜ਼ਾਹਿਰ ਉਹ ਵੀ ਸੈਰ ਕਰਨ ਵਾਸਤੇ ਆਇਆ ਸੀ, ਲੇਕਿਨ ਹੈ ਉਹ ਮਲੰਗ ਸੀ। ਉਹਨੂੰ ਦੁਨੀਆ ਨਾਲ ਗਰਜ਼ ਕੋ ਨਹੀਂ ਸੀ, ਜਾਇਦਾਦ ਨਾਲ ਜਾਂ ਜਿਸ ਤਰ੍ਹਾਂ ਵੀ ਹੈ ਨਾ, ਅਲੱਗ ਥਲੱਗ ਸੀ ਉਹ। ਦਿਨ ਉਹਨੇ ਗੁਜ਼ਾਰ ਦਿੱਤਾ ਜੀ ਉੱਥੇ ਸ਼ਹਿਰ ਵਿੱਚ ਫਿਰਦਿਆਂ ਫੁਰਦਿਆਂ। ਜਿਸ ਤਰ੍ਹਾਂ ਰਾਤ ਦਾ ਟਾਈਮ ਹੋਇਆ ਤਾਂ ਉਹ ਸੋਚਿਆ ਵੀ ਹੁਣ ਕਿਤੇ ਟਿਕਾਣਾ ਲੱਭਾਂ ਸੌਣੇ ਵਾਸਤੇ। ਉਹਨੂੰ ਇੱਕਦਮ ਬਾਗ ਬੜਾ ਸੋਹਣਾ ਨਜ਼ਰ ਆਇਆ, ਉਹ ਉੱਥੇ ਵੜ ਗਿਆ। ਉਹ ਉੱਥੇ ਰਾਤ ਉਹਨੇ ਕਿਸੇ ਦਰਖਤ ਥੱਲੇ ਕੱਢੀ। ਸੁਬਾਹ ਉੱਠਿਆ ਤੇ ਉਹਨੇ ਉੱਥੇ ਕਕਸ਼ਾ ਇਕੱਠੇ ਕਰਕੇ ਨਾ ਛੋਟੀਆਂ ਛੋਟੀਆਂ ਉਸ ਇੱਕ ਨਿੱਕੀ ਜਿਹੀ ਕੁੱਲੀ ਬਣਾ ਲਈ। ਉਹ ਦਿਹਾੜੀ ਫੇਰ ਛੜੇ ਕਰੇ ਇਲਾਕੇ 'ਚ। ਲੋਕ ਕੋਈ ਉਹਨੂੰ ਮਲੰਗ ਦਰਵੇਸ਼ ਸਮਝ ਕੇ ਕੋਈ ਰੋਟੀ ਪਾਣੀ ਦੇ ਛੜੇ ਕਰੇ। ਜਿਸ ਟਾਈਮ ਥੱਕ ਜਾਏ ਕਰੇ ਤੇ ਉਸ ਬਾਗ 'ਚ ਆ ਜਾਏ ਕਰੇ। ਬਾਗ 'ਚ ਆ ਕੇ ਤੇ ਕੋਈ ਸੋਟੀ ਡੰਡਾ ਲੈ ਕੇ ਤੇ ਆਪਣੀ ਕੁੱਲੀ ਤਿਆਰ ਕਰਨੀ ਸ਼ੁਰੂ ਕਰ ਦੇ। ਕੁੱਲੀ ਆਸਤਾ ਉਸਨੇ ਬੜੀ ਸੋਹਣੀ ਬਣਾ ਲਈ, ਜਿਵੇਂ ਇੱਕ ਘਰ ਹੁੰਦਾ। ਲੇਕਿਨ ਉਹ ਜਿਹੜਾ ਬਾਗ ਸੀ ਨਾ, ਉਸ ਬਾਦਸ਼ਾਹ ਦਾ ਸੀ। ਉਸ ਸਲਤਨਤ ਦਾ ਜਿਹੜਾ ਬਾਦਸ਼ਾਹ ਬਾਗ ਸੀ, ਉਹਦਾ ਸ਼ਾਹੀ ਬਾਗ ਜਿਹਨੂੰ ਕਹਿੰਦੇ। ਉੱਥੇ ਸ਼ਾਹੀ ਸਿਪਾਹੀ ਵੀ ਸਨ। ਉਹ ਇਹਨੂੰ ਵੇਖਦੇ ਹਨ, ਦਰਵੇਸ਼ ਨੂੰ, ਮਲੰਗ ਨੂੰ। ਉਹਨਾਂ ਆਖਿਆ ਇਹ ਅੱਲਾ ਲੋਕ ਬੰਦਾ ਹੈ, ਕੀ ਇਹਨੂੰ ਆਖਣਾ, ਅਗਰ ਇੱਥੇ ਕੁੱਲੀ ਬਣਾਉਂਦਾ ਵੀ ਪਿਆ ਤੇ ਕੋਈ ਨਹੀਂ ਬਣਾਉਣ ਦਿਓ। ਇਹਨੇ ਕਿਹੜਾ ਨੁਕਸਾਨ ਕਰਨਾ ਹੈ, ਕੋਈ ਨੁਕਸਾਨ ਉਹ ਕਰਦਾ ਵੀ ਕੋਈ ਨਹੀਂ ਸੀ। ਬਾਗ ਦੀ ਬੜੀ ਕਰਨੀ ਤੇ ਉਹ ਸੈਰ ਕਰ ਲੈਣੀ ਥੋੜੀ ਬਹੁਤੀ, ਫਿਰ ਟੋਰ ਕੇ ਵਾਪਸ ਫਿਰ ਆਪਣੇ ਕੁੱਲੀ 'ਚ ਵੜ ਜਾ। ਉਹ ਇੱਕ ਦਿਨ ਨਾ ਬਾਦਸ਼ਾਹ ਦੀ ਬੇਟੀ ਉਸੇ ਬਾਗ ਵਿੱਚ ਆਈ ਹੋਏ ਸੈਰ ਕਰਨ ਵਾਸਤੇ। ਉਹ ਹੁਣ ਸ਼ਾਹੀ ਸਵਾਰੀ ਸੀ ਤੇ ਉੱਥੇ ਖੜੀ ਹੋਈ ਤੇ ਸਾਰੇ ਜਨਾਬ ਉਹਦੇ ਨਾਲ ਮੁਲਾਜ਼ਮ ਤੇ ਉਹਦੀਆਂ ਨੌਕਰਾਣੀਆਂ ਵਗੈਰਾ ਕਾਫੀ ਸਾਰੀ ਨਾ ਬਾਗ ਦੀਆਂ ਸੈਰ ਪਈਆਂ ਕਰਦੀਆਂ। ਇਹਨੂੰ ਨਹੀਂ ਸੀ ਪਤਾ ਵੀ ਇਹ ਕੌਣ ਨੇ। ਇਹ ਮਲੰਗ ਵੀ ਨਾ ਉਧਰ ਬਾਗਲ ਵੱਲ ਟੁਰ ਗਿਆ। ਜਿਸ ਤਰ੍ਹਾਂ ਬਾਗਲ ਚਲਾ ਗਿਆ ਤੇ ਅੱਗੋਂ ਨਾ ਸਿਪਾਹੀਆਂ, ਬਲਕਿ ਸਿਪਾਹੀ ਇਹ ਨਹੀਂ ਆਏ। ਅਚਾਨਕ ਬਾਦਸ਼ਾਹਜ਼ਾਦੀ ਵੀ ਉਧਰੋਂ ਨਿਕਲੀ, ਇਧਰੋਂ ਇਹ ਮਲੰਗ ਨਿਕਲਿਆ। ਇਹਨਾਂ ਦੋਵਾਂ ਦਾ ਆਮਾ ਸਾਹਮਣਾ ਹੋ ਗਿਆ। ਮਲੰਗ ਨੇ ਸ਼ਹਿਜ਼ਾਦੀ ਵੇਖ ਲਈ, ਸ਼ਹਿਜ਼ਾਦੀ ਨੇ ਮਲੰਗ ਨੂੰ ਵੇਖ ਲਿਆ। ਸ਼ਹਿਜ਼ਾਦੀ ਨੇ ਤਵੱਜੋ ਨਾ ਕੀਤੀ, ਲੇਕਿਨ ਇਹਨੇ ਜਨਾਬ ਜਿਹੜੀ ਬਾਦਸ਼ਾਹਜ਼ਾਦੀ ਦੇਖੀ ਨਾ, ਉਹ ਤੇ ਵੈ ਵੀ ਸ਼ਹਿਜ਼ਾਦੀ ਸੀ ਤੇ ਹੈ ਵੀ ਗਜ਼ਬ ਦੀ ਖੂਬਸੂਰਤ ਸੀ, ਜਵਾਨ ਸੀ। ਇਹ ਦਰਵੇਸ਼ ਤੇ ਆਸ਼ਕ ਹੋ ਗਿਆ। ਇਹ ਉੱਥੇ ਸੁੰਨ ਹੋ ਕੇ ਨਾ ਖਲੋ ਗਿਆ। ਇਹਨੂੰ ਕੋਈ ਹੋਸ਼ ਮਾਤ ਨਾ, ਮੈਂ ਕਿੱਧਰ ਭਜਾਨਾ, ਜਿਵੇਂ ਬੰਦਾ ਸਖਤੇ 'ਚ ਨਹੀਂ ਆ ਜਾਂਦਾ। ਇਹ ਕੈਫੀਅਤ ਉਸ ਬੰਦੇ ਤੇ ਹੋ ਗਈ। ਉਹ ਜਦੋਂ ਸਿਪਾਹੀਆਂ ਵੇਖਿਆ ਨਾ ਵੀ ਇਹ ਬੰਦਾ ਚੰਗਾ ਮਜਨੂ ਹੈ ਕਿ ਬਾਦਸ਼ਾਹਜ਼ਾਦੀ ਵੱਲ ਵੇਖੀ ਜਾਂਦਾ, ਹਰ ਬਾਦਸ਼ਾਹਜ਼ਾਦੀ ਤੇ ਚਲੇ ਗਈ ਅੱਗੇ। ਇਹਨੂੰ ਆ ਕੇ ਸਿਪਾਹੀਆਂ ਫੜ ਕੇ ਲਾਇਆ। ਉਸ ਆਖਿਆ ਉਹ ਹੈਲੋ। ਮੈਂ ਕਿਹਾ ਹਾਂਜੀ। ਉਹਨੇ ਕੌਣ, ਕਿੱਧਰ ਤੋਂ? ਉਸ ਆਖਿਆ ਜੀ ਮੈਂ ਗਿਆ ਬਾਗ ਦੇ ਵਿੱਚ ਸੈਰ ਕਰਨ ਆਇਆ।
ਉਹਨਾਂ ਆਖਿਆ ਕਰਮਾਂ ਵਾਲਿਆ, ਇਹ ਸ਼ਾਹੀ ਬਾਗ ਹੈ ਤੇ ਇੱਥੇ ਅੱਜ ਸ਼ਾਹੀ ਸਵਾਰੀ ਆਈ ਹੈ, ਤੇ ਨਿਕਲ ਇੱਥੋਂ, ਨਹੀਂ ਤੇ ਡੰਡੇ ਮਾਰਾਂਗਾ ਤੈਨੂੰ ਬੇਬਾ।